फिर मैं कवर साफ करके आई। मैं मुंडे वाल भी देख के रोवा इन्हें संभूगा कौन। सौली सी मैं कहा साढ़े को किहड़ा इन्ने पैसे ने। मैं कवर भी उत्थे साफ करके आई। तुसीं खुद देखदे तुहाडी अक्खां 'च पानी आ जाना सी। लै बाजी गिण ला किन्ने पैसे है। पैसे है बाजी ये 25,000 रुपये। देखने नूं इन्ना क लगदा 13वें साल च। अच्छा मेरे 2 जने चकदे हैं। अस्सलाम वालेकुम जी वीरां दा की हाल है? ठीक ठाक हो? सोहणे रब ने सानू एक होर घर दे विच भेजिया ते अगे जाके सिचुएशन देखते हैं कि हालत किस तरह की आ, किस तरह की सिचुएशन च फैमिली रह रही है। मैं कोई लाहौर दीयां गलियां दे विच नहीं फिर रहा, मैं टोबा टेक्सिंग सिटी दे विच आ ते बाकी अगे जाके हालत सार देखते हैं तो जो सानू पता लगा आ, जो सुन के आए हैं तो अगली सिचुएशन जिहड़ी आ वो तुसीं अपणियां अखां दे नाल खुद देख सकते हैं। असीं वो तुहानूं दिखाना, तुसीं देख के फैसला करना इस चीज़ का कि इस फैमिली लिए की ऐसा किया जाए ना। तो बाकी घर दे अगे पहुँच चुके हैं, दरवाज़ा नॉक करते हैं। हाफा जी किहड़ा दरवाज़ा है? अगला दरवाज़ा या दरवाज़ा खड़काओ तो दरवाज़ा जी। अस्सलाम वालेकुम बाजी। बाजी नकाब कर लियो, पहले नकाब कर लियो। कैमरा लैके असीं अंदर आ सकते हैं? इजाजत है तुहाडी? ठीक है आपी जी। अस्सलाम वालेकुम आपी जी। वालेकुम सलाम। आपी तुहाडा यही घर आ टोटल जिहदे च असीं खड़े हैं? हाँ जी भाजी आही है। इस कमरे तो अगे कमरे है कोई शै नहीं। यह दरवाज़ा मेरी भैन कित्थे जा रहा? वाशरूम दा। वाशरूम च जा रहा? हाँ जी। अच्छा असीं तो कुछ होर सुन के आए सी कि तुहाडे जिंदगी की दास्तान सुन के आए सी ते ये टोटल यही कमरा आ? हाँ जी भाजी आही कमरा। ये तकरीबन ना मेरा अंदाज़ा कि 10 फुट लंबा ते 11 फुट चौड़ा, 10 बाई 11 का घर आ। हाँ जी भाजी 10 फुट बाई 11 फुट आ बाजी। हाँ जी इन्ना की। अभी बेटे नूं की मसला बनया मेरी भैन? इहदी रीढ़ दी हड्डी च फोड़ा। कित्थे मसला मेरी भैन दिखाओ तां। लक दा। अच्छा नहीं नहीं जख्म नहीं ओपन करना बस, ठीक है। ये किन्ने सालों का मसला मेरी भैन इस तरह का? भाजी इन्हें 14वां साल हो गया। 14 साल हो गए? हाँ जी। अच्छा तो 14 साल च इस तरह ही है ये बच्चा? हाँ जी भाजी इस तरह ही है। ਤੁਹਾਨੂੰ इस घर ਦੇ ਵਿੱਚ कितनी देर हो गई है? सानू लैदा होया नूं हो गया 7 साल हो गए। अच्छा 7 साल तो तुसी इस कमरे ਦੇ ਵਿੱਚ ਆ? हाँ जी इस कमरे से। ਇਹਦੇ ਵਿੱਚ ਕਿੱਦਾਂ ਤੁਸੀਂ ਜ਼ਿੰਦਗੀ ਬਸਰ ਕਰਨ ਹੈ? ਮੈਨੂੰ ਸਮਝ ਨਹੀਂ ਆਉਂਦੀ ਹੈਗੀ। ਭਾਜੀ ਅਸੀਂ ਕਿਰਾਏ ਕਿੱਥੋਂ ਪੂਰੇ ਕਰੀਏ? ਬੱਚੇ ਦਾ ਇਲਾਜ, ਮੇਰਾ ਇਲਾਜ। ਇਹਦੇ ਬਾਬਾ ਕਿੱਥੇ ਆ? ਬੱਚੇ ਦੇ ਵਾਲਿਦ ਕੀ ਕਰਦਾ? ਉਹਨੂੰ ਅਟੈਕ ਹੋਇਆ ਸੀ, ਫੌਤ ਹੋ ਗਿਆ। ਅਟੈਕ ਹੋਇਆ ਸੀ, ਫੌਤ ਹੋ ਗਿਆ? ਹਾਂਜੀ। ਕਿੰਨੇ ਸਾਲ ਹੋ ਗਏ ਫੌਤ ਹੋਇਆ ਨੂੰ? 6 ਸਾਲ ਹੋ ਗਏ। ਯਾਨੀ ਤੁਹਾਨੂੰ 7 ਸਾਲ ਇਸ ਕਮਰੇ 'ਚ ਹੋਏ? ਹਾਂਜੀ। 1 ਸਾਲ ਤੋਂ ਬਾਅਦ ਮੀਆਂ ਤੁਹਾਡੇ ਦੀ ਡੈਥ ਹੋ ਗਈ, ਇਸੇ ਤਰ੍ਹਾਂ ਹੀ ਆ? ਹਾਂਜੀ ਇਦਾਂ ਹੀ। ਤੇ ਪਹਿਲੇ ਇਹ ਬੱਚਾ ਇਸ ਹਾਲਾਤ 'ਚ ਸੀ ਤੇ ਤੁਹਾਡੀ ਜ਼ਿੰਦਗੀ ਦਾ ਨਿਜ਼ਾਮ ਕਿਸ ਤਰ੍ਹਾਂ ਚੱਲਦਾ ਪਿਆ? ਸਰਕਟ ਕਿਦਾਂ ਘਰ ਦਾ ਚੱਲਣ ਡਿਆ? ਬਹੁਤ ਔਖਾ ਹੈ। ਬਹੁਤ ਔਖਾ ਚੱਲ ਰਿਹਾ। ਅੱਗੇ ਮੈਂ ਮਿਹਨਤ ਕਰ ਲੈਂਦੀ ਹੁੰਦੀ ਸੀ, ਹੁਣ ਮੇਰੀ ਆਪਣੀ ਤਬੀਅਤ ਬਹੁਤ ਖਰਾਬ, ਨਹੀਂ ਕੀਤਾ ਜਾਂਦਾ। ਆਪੀ ਬੈਠੋ ਤੁਸੀਂ ਇੱਥੇ ਨਾ 4 ਵਜੇ ਤੇ ਬੈਠ ਮੇਰੀ ਭੈਣ। ਇਹ ਮੈਂ ਤੇ ਦੇਖ ਕੇ ਇੱਥੇ ਹਵਸ ਇੰਨਾ ਸਾਹ ਨਹੀਂ ਆਉਣ ਡਿਆ। ਰਾਤ ਦਿਨ ਇੱਥੇ ਹੀ ਬਹਿੰਦੇ ਆ, ਇਹਨੂੰ ਚੱਕਿਆ ਨਹੀਂ ਜਾਂਦਾ, ਨਾ ਛੱਤ ਤੇ ਲਿਜਾਇਆ ਜਾਂਦਾ। ਅੱਛਾ ਇੱਥੇ ਹੀ ਹੁੰਦੇ ਆ। ਅੱਛਾ ਕਿੱਥੇ ਲੋਕ ਮਹਿਲਾਂ ਦੇ ਵਿੱਚ, ਕੋਠੀਆਂ ਦੇ ਵਿੱਚ, ਬੰਗਲਿਆਂ 'ਚ ਰਹਿੰਦੇ ਆ ਤੇ ਕਹਿੰਦੇ ਜੀ ਜਗ੍ਹਾ ਬਹੁਤ ਥੋੜੀ ਆ। ਸਾਡੇ ਵਾਸਤੇ ਇੱਥੇ 10 ਬਾਈ 11 ਦਾ ਕਮਰਾ, ਸਿਰਫ 10 ਬਾਈ 11 ਦਾ। ਇਹ ਟੋਬਾ ਸ਼ਹਿਰ ਆ, ਲਾਹੌਰ ਨਹੀਂ ਹੈਗਾ। ਤੁਹਾਡੇ ਲਈ ਆਪੀ ਇਹ ਕੀ ਆ? ਸਾਡੇ ਵਾਸਤੇ ਤਾਂ ਇਹ ਵੀ ਕਿਰਾਏ ਕਿੱਥੋਂ ਦੇਣੇ, ਬਹੁਤ ਇਹੀ ਆ ਜਿਹੜਾ ਨਿਜ਼ਾਮ ਮਸਾ ਚੱਲਦਾ। ਤੁਹਾਡੇ ਲਈ ਇਹੀ ਮਹਿਲ ਆ? ਹੈ ਹਾਂਜੀ। ਛੱਤ ਗਿਰ ਗਈ ਸੀ, ਫਿਰ ਬਹੁਤ ਮੁਸ਼ਕਲ ਕਿਸੇ ਨੇ ਕੋਈ ਸ਼ਾਇਦ ਦਿੱਤੀ ਜਿਹੜਾ ਉੱਤੇ ਮੜਾ ਜਾ ਖੜਾ ਕੀਤਾ। ਅੱਛਾ ਯਾਨੀ ਇਹਦੀ ਛੱਤ ਗਿਰ ਗਈ ਸੀ? ਹਾਂਜੀ ਆਹ ਦੇਖ ਇਹਦੇ ਸੱਟਾਂ ਲੱਗੀਆਂ ਹੋਈਆਂ, ਸਿਰ ਇਹਦਾ ਫਟ ਗਿਆ ਸੀ। ਅੱਛਾ ਇੱਥੇ ਨੀਚੇ ਹੀ ਪਏ ਸੀ। ਤੁਹਾਡੇ ਬੱਚੇ ਟੋਟਲ ਕਿੰਨੇ ਬਾਜੀ? 2 ਬੇਟੀਆਂ, ਇੱਕ ਹੀ ਫਜ਼ਕਾ ਦਾ ਹੁਣ ਉਹਨੂੰ 9ਵੀਂ 'ਚ ਦਾਖਲਾ ਮਿਲਿਆ ਸੀ। ਇੱਕ ਜਿਹੜੀ ਪਹਿਲਾਂ ਪੜ੍ਹਦੀ ਆ ਉਹ ਹੁਣ 9ਵੀਂ 'ਚ 10ਵੀਂ 'ਚ ਹੋਈ ਆ। ਅੱਛਾ
ਤੇ ਤੁਹਾਡਾ ਕਿਚਨ ਵਗੈਰਾ ਨਹੀਂ ਮੈਨੂੰ ਬਾਜੀ ਨਜ਼ਰ ਆ ਰਿਹਾ। ਭਾਜੀ ਕਿਚਨ ਹੈ ਨਹੀਂ ਤੇ ਇੱਥੇ ਹੀ ਕਿਤੇ ਰੱਖ ਕੇ ਰੋਟੀ ਬਣਾ ਲਈਦੀ ਆ, ਕਿਤੇ ਉੱਤੇ ਬਣਾ ਲਈਦੀ ਆ। ਹੁਣ ਅੰਦਰ ਕਰੀਏ ਕਿ ਕਿਚਨ ਬਣਾਈਏ, ਉੱਥੇ ਰੱਖ ਕੇ ਕੱਪੜੇ ਧੋ ਲਈਦੇ। ਕਿੱਥੇ? ਉੱਥੇ। ਕਿੱਥੇ ਕੱਪੜੇ ਬਾਜੀ ਧੋਨੇ? ਆ ਖੁਰਾ ਬਣਾਇਆ ਵਿੱਚ? ਹਾਂਜੀ। ਕਮਰੇ ਦੇ ਵਿੱਚ ਹੀ? ਹਾਂਜੀ, ਉਹ ਵਾਸ਼ਰੂਮ। ਅੱਛਾ, ਤੇ ਪਾਣੀ ਕਿੱਥੋਂ ਲਿਆਉਣੇ ਪੀਣ ਪੂਣ ਨੂੰ? ਫਿਲਟਰ ਤੋਂ ਲਿਆਉਂਦੇ। ਅੱਛਾ, ਉਹ ਇੱਥੇ ਕਿਤੇ ਨਜ਼ਦੀਕ ਆ? ਉਹ ਪਰੇ ਆ ਉਧਰ। ਅੱਛਾ, ਤੇ ਤੁਸੀਂ ਇਸ ਕਮਰੇ ਦੇ ਵਿੱਚ 4 ਜੀ ਰਹਿੰਦੇ ਆ? ਹਾਂਜੀ। 2 ਬੇਟੀਆਂ ਤੇ ਇੱਕ ਤੁਹਾਡਾ ਇਹ ਬੇਟਾ ਜਿਹੜਾ ਡਿਸੇਬਲ ਆ? ਹਾਂਜੀ, ਇਹ ਤੇ ਇੱਕ ਤੁਸੀਂ ਖੁਦ ਆ? ਹਾਂਜੀ। ਤੁਹਾਨੂੰ ਬਾਜੀ ਕੀ ਮਸਲਾ ਤੁਹਾਡੀ? ਮੈਨੂੰ ਤੁਹਾਡੇ ਬਾਰੇ ਵੀ ਕੁਝ ਪਤਾ ਚੱਲਿਆ ਕਿ ਤੁਸੀਂ ਵੀ ਬਿਮਾਰ ਆ। ਪਹਿਲਾਂ ਮੇਰੇ ਰਸੋਲੀਆਂ ਸੀ, ਉਹ ਕਿਸੇ ਨੇ ਆਪਰੇਸ਼ਨ ਕਰਾਇਆ, ਫਿਰ ਮੈਨੂੰ ਸਾਂਸ ਦਾ ਮਸਲਾ ਬਣ ਗਿਆ। ਅੱਛਾ। ਹੁਣ ਮੇਰੇ ਕੋਲ ਤਾਂ ਤੁਰਿਆ ਨਹੀਂ ਸੀ ਜਾਂਦਾ, ਗੋਡਿਆਂ ਭਾਰ ਰੜਦੀ ਸੀ। ਹੁਣ ਅੱਲਾ ਕਰੇ ਇਲਾਜ ਚੱਲਦਾ, ਹੁਣ ਤਬੀਅਤ ਕੁਛ ਸਹੀ ਹੈ। ਇਹ ਤੋਂ ਪਹਿਲੇ ਬਾਜੀ ਤੁਸੀਂ 7 ਸਾਲ ਪਹਿਲੇ ਕਿੱਥੇ ਰਹਿੰਦੇ ਸੀ? ਇਹ ਚ ਗੁਜ਼ਾਰਾ ਕਰਦੇ ਸੀ। ਨਹੀਂ, ਇਹ ਪਿੱਛੇ ਨੂੰ ਘਰ ਸੀ ਜਾਂ ਇਹੀ ਕਮਰਾ ਸੀ? ਇੰਨਾ ਕੁ ਸੀ ਵੀ ਜਿਹੜਾ ਅਸੀਂ ਬਾਹਰਲੇ ਪਾਸੇ ਰੱਖ ਕੇ ਰੋਟੀ ਬਣਾ ਲੈਂਦੇ ਸੀ। ਇੰਨਾ ਵੀ ਬਹੁਤ ਔਖਾ ਵਾ ਕੀਤਾ ਵਾ। बिलाल मुजम्मल, ये घर है टोटल आंटी का। उठ के खड़े हो मेरा बेटा। ये टोटल ये घर है टोटली, ठीक है? ये देखो, ये इतना सा कमरा ना, छोटा सा, इसी में रहते हैं ये सारी फैमिली। भाजी बैठ ते भाजी। नहीं नहीं बाजी, मैं मेरी बैठ ते नहीं, जगह थल्ले ही अल्लाह ने दित्ती, मैं उत्थे बैठा अपनी जगह ते बैठा। ते बाकी बाजी सानू ना सोने रब सोने ने भेजिया, ते ਕੀ ਐਸਾ ਤੁਹਾਡੇ ਲਈ ਅਸੀਂ ਕਰ ਸਕਦੇ ਆ ਜਿਹੜਾ ਤੁਹਾਡੀ ਜ਼ਿੰਦਗੀ ਜਿਹੜੀ ਆ? ਭਾਜੀ ਬਹੁਤ ਮੁਸ਼ਕਲ ਗੁਜ਼ਾਰਾ ਹੁੰਦਾ ਵੇ, ਜਿੱਦਾਂ ਪੈਸੇ ਦਾ ਵੀ ਇਲਾਜ, ਮੇਰੀ ਵੀ ਦਵਾਈ ਆਣੀ ਵੀ, ਜਿਹੜਾ ਮਤਲਬ ਬੱਚਿਆਂ ਦੀ ਵੀ ਮੈਂ ਪਰਵਰਿਸ਼ ਸਹੀ ਕਰਨਾ ਚਾਹੁੰਦੀ ਆ ਵੀ ਪੜ ਜਾਣ। ਬੱਚੀਆਂ ਕਿਹੜੀ ਕਲਾਸ 'ਚ ਪੜ੍ਹਦੀਆਂ? ਇੱਕ ਹੀ ਬਸ ਕਰਕੇ ਉਹਨੂੰ 9ਵੀਂ 'ਚ ਦਾਖਲਾ ਮਿਲਿਆ ਸੀ, ਦੂਸਰੀ ਉਦਾਂ ਹੀ 9ਵੀਂ 'ਚ, ਹੁਣ 10ਵੀਂ 'ਚ ਹੋਈ ਆ। ਅੱਛਾ, ਉਹਨੇ ਪੜ੍ਹਨਾ ਚਾਹੁੰਦੀਆਂ। ਹੁਣ ਪੜ੍ਹਦੀਆਂ ਨਹੀਂ? ਪੜ੍ਹਦੀਆਂ, ਹੁਣ ਛੁੱਟੀਆਂ ਹੋਈਆਂ ਨੇ। ਅੱਛਾ, ਤਾਂ ਘਰ ਕਿਹੜੇ ਸਕੂਲੇ ਪੜ੍ਹਦੀਆਂ? ਇੱਕ ਮੇਰੇ ਕੋਲ ਨਹੀਂ ਸੀ, ਮੈਂ ਕਹਿੰਦੀ ਸੀ ਸ਼ਾਦੀ ਕਰ ਦੇਣੀ ਆ, ਫਿਰ ਮੇਰਾ ਭਾਈ ਲੈ ਗਿਆ ਸੀ, ਉਹ ਉੱਥੇ ਪੜਾਉਂਦਾ ਸੀ। ਅੱਛਾ। ਇੱਕ ਜਿਹੜੀ ਸੀ ਇਹ ਮੇਰੇ ਕੋਲ ਸੀ, ਮੇਰੇ ਬੱਚੇ ਦਾ ਇਲਾਜ, ਮੇਰਾ ਇਲਾਜ। ਹੁਣ ਮੇਰੀ ਤਬੀਅਤ ਖਰਾਬ ਹੋਈ ਆ, ਫਿਰ ਮੈਂ ਆਪਣੇ ਕੋਲੋਂ ਲੈ ਆਈ। ਮੇਰੇ ਕੋਲ ਨਹੀਂ ਬੱਚਾ ਚੱਕਿਆ ਜਾਂਦਾ, ਡਾਕਟਰ ਕਹਿੰਦੇ 2 ਜਣੇ ਚੱਕਣ, ਉਹ ਬੱਚੀ ਛੋਟੀ ਆ, ਉਹਨੂੰ ਨਾ ਚੁਕਾਓ ਕੱਲੀ ਨੂੰ। ਅੱਛਾ। ਫਿਰ 2 ਜਣੇ ਚੱਕਦੇ ਹਨ। ਦੇਖਣੇ ਨੂੰ ਇੰਨਾ ਕੁ ਲੱਗਦਾ 13ਵੇਂ ਸਾਲ 'ਚ ਕੋਈ ਕਿਸੇ ਦਾ ਆਸਰਾ ਨਹੀਂ ਹੈਗਾ। ਜ਼ਿੰਦਗੀ ਦੇ ਰੰਗ ਆ, ਅੱਲਾਹ ਪਾਕ ਦੇ ਇਮਤਿਹਾਨ ਆ। ਹੈ ਨਾ ਕੂਲਰ ਪੱਖਾ ਵੀ ਜਿਹੜਾ ਇਹਨੂੰ ਇੱਥੇ ਬਸ ਇਦਾਂ ਹੀ ਇਹ ਰਹਿੰਦਾ, ਰਾਤ ਦਿਨ ਇੱਥੇ ਇਦਾਂ ਹੀ ਪਿਆ ਰਹਿੰਦਾ। ਕਿਸੇ ਜਗ੍ਹਾ ਜਾ ਕੇ ਨਾ ਵੈਸੇ ਹੀ ਬੰਦੇ ਦੀ ਜ਼ੁਬਾਨ ਹੀ ਸਟਾਪ ਹੋ ਜਾਂਦੀ। ਮੇਰਾ ਦਿਮਾਗ ਸੁੰਨ ਹੋ ਗਿਆ ਦੇਖ ਕੇ ਨਾ, ਜਿਹੜੀ ਮੈਂ ਸਿਚੁਏਸ਼ਨ ਦੇਖਣ ਡਿਆ ਨਾ, ਮੈਨੂੰ ਕੋਈ ਨਹੀਂ ਸਮਝ ਆਉਣ ਡਈ ਹੈਗੀ। ਜੀ ਬਾਜੀ ਗੱਲ ਕਰੋ, ਕੀ ਕਰਦੇ ਨੇ ਇਹ? ਮੈਂ ਕਿਹਾ ਏਦਾਂ ਹੁਣ ਕਿੱਥੇ ਕਰੀਏ? ਫਿਰ ਇਹਦੀ ਦਵਾਈ ਆਣੀ ਲਿਆਣੀ, ਡਾਕਟਰਾਂ ਨੇ ਉੱਥੇ ਆਪਰੇਸ਼ਨ ਕਰਨ ਨੂੰ ਲੈ ਕੇ ਗਏ ਸੀ, ਜਦੋਂ ਛੋਟਾ ਜਿਹਾ ਹੁੰਦਾ ਸੀ, ਉਹ ਕਹਿੰਦਾ ਇਹਨੇ 24 ਘੰਟੇ ਮਸਾਂ ਕੱਢਣੇ ਆ। ਫਿਰ ਮੈਂ ਬੇਰੀਆਂ ਵਾਲੇ ਵੀ ਲੈ ਕੇ ਗਈ, ਉਹਨੇ ਵੀ ਏਦਾਂ ਹੀ ਮੋੜਤਾ, ਬਾਜੀ ਤੂੰ ਚੱਲੀ ਹੋਈ ਇਹਨੂੰ ਘਰ ਲੈ ਜਾ। ਫਿਰ ਜਦੋਂ 2 ਸਾਲ ਦਾ ਹੋ ਗਿਆ, ਮੈਂ ਉਹਨੂੰ ਕਿਹਾ, ਮੈਂ ਕਿਹਾ ਜ਼ਿੰਦਗੀ ਮੌਤ ਤਾਂ ਅੱਲਾ ਦੇ ਵੱਸ ਆ, ਤੁਸੀਂ ਇਹਨੂੰ ਬੁਖਾਰ ਦੀ ਦਵਾਈ ਤਾਂ ਦਵੋ। ਫਿਰ ਦੂਸਰੇ ਸਾਲ ਬਾਅਦ ਲੈ ਕੇ ਗਈ, ਫਿਰ ਡਾਕਟਰ ਨਾਲੇ ਹੈਰਾਨ ਹੋ ਗਿਆ, ਨਾਲੇ ਦੇਖੇ। ਮੈਂ ਕਿਹਾ ਦੇਖ ਲਾ, 2 ਸਾਲ ਇਹਨੇ ਕੋਈ ਚੀਜ਼ ਨਹੀਂ ਸੀ ਖਾਧੀ ਹੈਗੀ, ਇਦਾਂ ਹੀ ਬਸ ਸਰਾਣਿਆਂ ਤੇ ਪਈ ਲੈ ਕੇ ਬੈਠੀ ਰਹਿੰਦੀ ਸੀ। ਹੁਣ ਕੋਈ ਕਹਿੰਦਾ ਮੈਨੂੰ ਦੇ ਦੇ, ਮੈਂ ਕਿਹਾ ਨਾ, ਮੈਂ ਕਿਸੇ ਨੂੰ ਵੀ ਨਹੀਂ ਦੇਣਾ ਹੈਗਾ, ਮੈਂ ਖੁਦ ਇਹਦੀ ਪਰਵਰਿਸ਼ ਕਰਨੀ। ਮਾਂ ਲਈ ਦੇ ਇਹ ਹੀਰਾ ਲਾਲ ਆ ਨਾ, ਐਵੇਂ ਚੌਰੀ ਇੰਨੀ ਤਬੀਅਤ ਮੇਰੀ ਜਦੋਂ ਰਸੌਲੀ ਸੀ। 1 ਮਿੰਟ ਬਾਜੀ, 1 ਮਿੰਟ, ਤੇ ਮੇਰਾ ਯਾਰ ਗੱਲਾਂ ਏਡੀਆਂ ਸੋਹਣੀਆਂ ਕਰਦਾ ਆ। ਹਾਂਜੀ। ਕੀ ਨਾਮ ਮੇਰੇ ਪੁੱਤ ਦਾ? ਕੀ ਨਾਮ ਆ? ਹਸਨ। ਹਾਂ, ਹਸਨ ਦਾ ਕੀ ਹਾਲ ਚਾਲ ਆ? ਠੀਕ ਆ। ਹਾਂਜੀ।
ਅੱਛਾ ਹਸਨ ਦੀ ਕਿੰਨੀ ਉਮਰ ਹੋ ਗਈ ਆ? 13 ਸਾਲ। ਹਸਨ ਪਾਰਕ ਚ ਜਾਂਦਾ ਹੁੰਦਾ, ਬਾਹਰ ਜਾਂਦਾ ਹੁੰਦਾ ਹਸਨ? ਸੈਰ ਕਰਨ ਜਾਣਾ ਹੁੰਦਾ? ਅੱਛਾ ਮੈਂ ਨਾਲ ਲੈ ਕੇ ਚੇਰ ਕਿਸੇ ਨੇ ਦਿੱਤੀ ਸੀ, ਹੋਰ ਨਾਲ ਸੁਣਾ। ਲੈ ਕੇ ਜਾਂਦੀ ਹੁੰਦੀ ਸੀ। ਹੋਰ ਕੀ ਲੈਣਾ ਹਸਨ ਨੇ? ਦੱਸ ਹਸਨ ਨੇ ਕੀ ਲੈਣਾ ਮੇਰੇ ਪੁੱਤ ਨੇ? ਹੈਂ ਦੱਸ ਕੀ ਲੈਣਾ? ਤੂੰ ਦੱਸ, ਤੂੰ ਆਪਣਾ ਦੱਸ ਕੀ ਲੈਣਾ? ਮੋਟਰਸਾਈਕਲ ਲੈਣਾ? ਮੋਟਰਸਾਈਕਲ ਚਲਾ ਲੇਂਗਾ? ਅੱਛਾ ਉਹ ਦਿਨ ਇਹਨੂੰ ਮੈਂ ਚੇਰ ਤੇ ਲਈ ਜਾਂਦੀ ਸੀ ਨਾ, ਬੈਟਰੀ ਵਾਲਾ ਭਾਈ ਲਈ ਜਾਂਦਾ ਹਸਨ ਨੂੰ ਮੋਟਰਸਾਈਕਲ ਚਾਹੀਦਾ ਨਾ। ਦੇਖ ਲਾ ਫਿਰ ਕਿਸੇ ਚ ਮਾਰੀ ਨਾ ਨਾ ਵੇ, ਹਸਨ ਖੇਤਾਂ 'ਚ ਮੋਟਰਸਾਈਕਲ ਮਾਰੀ ਖੜਾ ਵੀ ਕਿਤੇ। ਹੈਂ ਲੈ ਵੀ ਮੁਜ਼ੰਮਲ ਆਪਣਾ ਯਾਰ ਲੱਭ ਗਿਆ ਆਪਾਂ ਨੂੰ। ਹੈਂ ਅੱਲਾ ਪਾਕ ਸੇਧ ਦੇਵੇ ਮੇਰੇ ਪੁੱਤ ਨੂੰ। ਇਹ ਫੋਨ ਆ, ਫੋਨ ਆਈਫੋਨ। ਚਾਚੂ ਆ, ਚਾਚੂ ਆ। ਇਹ ਚਾਚੂ ਆ, ਚਾਚੂ। ਹੁਣ ਹਸਨ ਸਾਡੇ ਨਾਲ ਖੁੱਲਿਆ। ਲੈ ਹਸਨ ਨਾਲ ਸਾਡੀ ਦੋਸਤੀ ਹੋ ਗਈ ਆ। ਹਸਨ ਤੇਰੇ ਕੋ ਆਪਾਂ ਆਉਂਦੇ ਜਾਂਦੇ ਰਿਹਾ ਕਰਨਾ, ਠੀਕ ਹੈ? ਠੀਕ ਹੈ ਹਸਨ ਦੇ ਕੋਲ ਆਪਾਂ ਹੁਣ ਆਉਂਦੇ ਜਾਂਦੇ ਰਿਹਾ ਕਰਨਾ ਹੈ, ਠੀਕ ਹੈ ਹਸਨ? ਇਹ ਅਸੀਂ ਵੀ ਇਦਾਂ ਕਰ ਲਈਏ ਅਸੀਂ। ਹੈਂ ਚਲੋ ਹਸਨ ਖਿਲੌਣੇ ਲੈਣੇ? ਖਿਲੌਣੇ ਠੀਕ ਆ। ਅਸੀਂ ਹੁਣ ਨਾ ਤੇਰੇ ਕੋ ਆਵਾਂਗੇ। ਫਿਰ ਐਡਾ ਡੱਬਾ ਭੇਜਿਆ ਇੱਕ ਚਾਚੂ ਨੇ ਨਾ ਸਾਡੇ ਕੋਲ ਘਰ ਪਿਆ ਆ, ਉਹ ਅਸੀਂ ਫਿਰ ਤੈਨੂੰ ਖਿਲੌਣੇ ਦੇਵਾਂਗੇ, ਠੀਕ ਆ? ਹਾਂ ਫਿਰ ਖੇਲੀ ਖਿਲੌਣਿਆਂ ਦੇ ਨਾਲ, ਠੀਕ ਆ? ਹੋਰ ਲੈ ਹਸਨ ਤਾਂ ਮਾਸ਼ਾਅੱਲਾ ਹੰਸਮੁਖ ਖੁਸ਼ਬਾਸ਼ ਬੰਦਾ ਹੈ। ਜੀ ਬਾਜੀ ਜੀ ਕੀ ਗੱਲ ਕਰ ਰਹੇ ਸੀ ਬਾਜੀ? ਇਹਦਾ ਹੀ ਕਰਦੀ ਸੀ। ਮੈਂ ਕਿਹਾ ਉਹਨਾਂ ਨੇ ਦਵਾਈ, ਫਿਰ ਜਦੋਂ ਇਹਨੂੰ ਦੇਖੀ ਫਿਰ ਮੈਂ ਲੈ ਕੇ ਗਈ, ਡਾਕਟਰ ਹੈਰਾਨ ਹੋ ਗਿਆ। ਮੈਂ ਕਿਹਾ ਇਦਾਂ ਕਿਸੇ ਦਾ ਦਿਲ ਨਹੀਂ ਤੋੜਨਾ ਚਾਹੀਦਾ। ਕਿਹਾ ਸੀ ਜ਼ਿੰਦਗੀ ਮੌਤ ਤਾਂ ਅੱਲਾ ਦੇ ਵੱਸ। ਫਿਰ ਮੇਰੇ ਰਸੌਲੀ ਹੋ ਗਈ, 5 ਕਿਲੋ ਦੀ ਰਸੌਲੀ ਸੀ। ਫਿਰ ਮੈਂ ਕਹਿੰਦੀ ਸੀ ਮੈਂ ਨਹੀਂ ਬਚਣਾ, ਹੁਣ ਮੇਰੇ ਪੁੱਤ ਦਾ ਕੀ ਬਣੂਗਾ। ਮੈਂ ਕਵਰ ਵੀ ਦੇ ਕੇ ਵੀ ਸਾਡੇ ਕੋਲੋਂ ਕਿਹੜਾ ਪੈਸੇ ਇੰਨੇ ਇਕੱਠੇ ਹੋਣੇ ਆ। ਫਿਰ ਕਿਸੇ ਨੇ ਮੇਰਾ ਆਪਰੇਸ਼ਨ ਕਰਾਤਾ। ਫਿਰ ਚੱਕਣ ਲੱਗ ਗਈ। ਫਿਰ ਉਸ ਤੋਂ ਬਾਅਦ ਸਾਂਸ ਦਾ ਮਸਲਾ ਬਣ, ਗੋਡਿਆਂ ਪਰ ਆਪ ਰਿੜਨ ਲੱਗ ਗਈ। ਬਾਜੀ ਅਸੀਂ ਨਾ ਜਿੱਥੇ ਵੀ ਜਾਂਦੇ ਨਾ, ਮੇਰੀ ਕੋਸ਼ਿਸ਼ ਹੁੰਦੀ ਆ ਕਿ ਅਸੀਂ ਉਸ ਫੈਮਿਲੀ ਨੂੰ ਕੋਈ ਰੋਜ਼ਗਾਰ ਦਈਏ। ਭਾਜੀ ਮੈਂ ਨਾ ਹੁਣੇ ਛੱਡ ਕੇ ਕਰ ਸਕਦੀ। ਨਹੀਂ ਮੈਂ ਬਾਜੀ ਉਹੀ ਗੱਲ, ਹਾਂਜੀ ਤੁਹਾਡੀ ਜਗ੍ਹਾ ਵੀ ਮੇਰੇ ਕੋਲ ਹੈਗੀ ਬਾਜੀ। ਮੈਂ ਉਹੀ ਗੱਲ ਕਰਦਾ ਨਾ ਕਿ ਇੱਥੇ ਮੇਰੀ ਸੋਚ ਖਤਮ ਹੋ ਗਈ ਆ ਕਿ ਇੱਥੇ ਕੀ ਰੋਜ਼ਗਾਰ ਦਈਏ। ਖੁਦ ਬੱਚਾ ਬਿਮਾਰ ਆ, ਮਜ਼ਦੂਰ ਆ, ਡਿਸੇਬਲ ਆ। ਬਾਜੀ ਸਾਂਸ ਦਾ ਪ੍ਰੋਬਲਮ ਆ, ਖੁਦ ਬਿਮਾਰ ਆ। ਘਰ ਟੋਟਲੀ ਆਹ ਘਰ ਆ, ਬਸ ਆਹੀ ਕਮਰਾ, ਆਹ ਬੈੱਡ, ਹਾਂਜੀ ਆਹੀ ਸੇਨ ਆ ਤੇ ਆਹੀ ਕਮਰਾ ਆ। ਇੱਥੇ ਹੀ ਰੋਟੀ ਉਹ ਖੁਰਾ ਜੀ, ਠੀਕ ਆ। ਤੇ ਉਹ ਪਰੇ ਵਾਸ਼ਰੂਮ, ਇੱਕ ਮੰਜੀ ਆ ਤੇ ਇੱਕ ਬੈੱਡ, 2 ਬੇਟੀਆਂ, ਇੱਕ ਬੇਟਾ ਤੇ ਇੱਕ ਬਾਜੀ ਖੁਦ। ਬਾਜੀ ਤੁਸੀਂ ਇਦਾਂ ਕਰਨੀ ਆ, ਹਾਂਜੀ ਤੁਸੀਂ ਬੇਟੀਆਂ ਨੂੰ ਪੜਾਉਣਾ, ਠੀਕ ਆ? ਹਾਂਜੀ ਉਹ ਵੀ ਕਹਿੰਦੀ ਅਸੀਂ ਪੜ੍ਹਨਾ। ਹਾਂ ਆਪਾਂ ਬੇਟੀਆਂ ਨੂੰ ਪੜਾਉਣਾ, ਅਸੀਂ ਤੁਹਾਡੇ ਨਾਲ ਖੜੇ ਆ। ਕੋਈ ਜ਼ਰੂਰਤ ਨਹੀਂ ਏਡੀ ਜਲਦੀ ਸ਼ਾਦੀ ਕਰਨ ਦੀ, ਛੋਟੀਆਂ ਛੋਟੀਆਂ ਹੈਗੀਆਂ, ਠੀਕ ਆ? ਆਪਾਂ ਇਨਸ਼ਾ ਅੱਲਾਹ ਤਾਲਾ ਆਪਣੀਆਂ ਬੇਟੀਆਂ ਨੂੰ ਪੜਾਵਾਂਗੇ, ਇੱਕ ਅੱਛੇ ਮੁਕਾਮ ਤੇ ਪਹੁੰਚਾਵਾਂਗੇ। ਫਿਰ ਆਪਣੀਆਂ ਬੇਟੀਆਂ ਦੀ ਆਪਾਂ ਸ਼ਾਦੀ ਵੀ ਅੱਛੇ ਤਰੀਕੇ ਦੇ ਨਾਲ, ਸਲੀਕੇ ਦੇ ਨਾਲ ਕਰਾਂਗੇ, ਠੀਕ ਹੈ ਨਾ? ਹਾਂ ਬਾਕੀ ਇਹ ਹੁਣ ਮੇਰਾ ਘਰ ਆ, ਮੈਂ ਆਪਣੀ ਭੈਣ ਕੋਲ ਆਉਂਦੇ ਜਾਂਦੇ ਰਹਿਣਾ, ਠੀਕ ਹੈ ਨਾ? ਕੋਈ ਕਹਿੰਦਾ ਤੈਨੂੰ ਸਾਂਸ ਦਾ ਮਸਲਾ, ਜ਼ਿੰਦਗੀ ਦਾ ਕੀ ਪਤਾ, ਤੁਸੀਂ ਇਹਦਾ ਨਾ ਕਰ ਦੋ। ਜਦੋਂ ਉਹਨੂੰ ਕਹਿੰਦੇ, ਉਹ ਕਹਿੰਦੀ ਮੰਮਾ ਜੀ ਅਸੀਂ ਹਲੇ ਇੰਨੀਆਂ ਛੋਟੀਆਂ, ਅਸੀਂ ਵਿਆਹ ਨਹੀਂ। ਨਹੀਂ ਬਾਜੀ ਜ਼ੁਲਮ ਨਹੀਂ ਕਰਨਾ, ਸਾਡੀਆਂ ਬੇਟੀਆਂ ਉਹ, ਠੀਕ ਹੈ ਨਾ? ਹਾਂ ਅਸੀਂ ਆਪਣੀਆਂ ਬੇਟੀਆਂ ਤੇ ਜ਼ੁਲਮ ਥੋੜੀ ਕਰਨਾ ਹੈ। ਤੇ ਬਾਕੀ ਤੁਹਾਡਾ ਵੀਰਾ ਤੁਹਾਡੇ ਕੋਲ ਆਇਆ ਆ ਤੇ ਇਹ ਕਬੂਲ ਕਰ ਲਿਓ ਜੋ ਅੱਲਾਹ ਪਾਕ ਨੇ ਭੇਜਿਆ ਆ। ਬਾਕੀ ਮੈਂ ਤੁਹਾਡੇ ਕੋਲ ਆਉਂਦਾ ਵੀ ਰਹੂੰਗਾ, ਠੀਕ ਹੈ? ਅੱਲਾਹ ਤੈਨੂੰ ਬਹੁਤਾ ਤੰਦਰੁਸਤੀ ਦੇਵੇ। ਲੈ ਵੀ ਬਾਜੀ ਆਹੀ ਆ ਸਾਰੇ ਪੈਸੇ ਕੱਢ ਲਏ ਜਿੰਨੇ ਵੀ ਸੀਗੇ। ਮੈਨੂੰ ਨਹੀਂ ਸੀ ਪਤਾ ਵੀ ਅੱਗੇ ਆ ਹਾਲਾਤ ਆ ਤੇ ਇਸ ਤਰ੍ਹਾਂ ਦੀ ਸਿਚੁਏਸ਼ਨ। ਲੈ ਬਾਜੀ ਗਿਣ ਲਾ ਕਿੰਨੇ ਪੈਸੇ ਆ, ਜਿੰਨੇ ਵੀ ਹੈਗੇ ਆ ਤੋਹਫਾ ਕਬੂਲ ਕਰ ਲਓ। ਤੇ ਬਾਕੀ ਇਹ ਵੀ ਸਾਡੇ ਵਾਸਤੇ ਲੱਖ। ਕਿੰਨੇ ਪੈਸੇ ਆ ਬਾਜੀ ਇਹ? 25000 ਰੁਪਏ। ਠੀਕ ਹੈ ਬਾਜੀ, ਇਹ 25000 ਰੁਪਈਆ ਤੁਹਾਨੂੰ
ਸਾਨੂੰ ਲੱਖ ਨਾਲ ਦਾ ਜੀ ਅੱਲਾਹ ਪਾਕ ਦੀ ਤਰਫੋਂ ਆ ਗਿਆ ਤੁਹਾਨੂੰ, ਠੀਕ ਆ। ਹਾਂਜੀ ਤੇ ਇਹ ਕਬੂਲ ਕਰ ਲੈਣਾ। ਤੇ ਬਾਕੀ ਵੀਰੇ ਮੇਰੇ ਕੋਲ ਲਫ਼ਜ਼ ਕੋਈ ਨਹੀਂ ਹੈਗੇ, ਇੱਥੇ ਆ ਕੇ ਕੀ ਮੈਂ ਲਫ਼ਜ਼ ਬੋਲਾਂ, ਮੈਂ ਕੋਈ ਕਿਸ ਮਹਿਮਾਨ ਤਰ੍ਹਾਂ ਜਦੋਂ ਆ ਐਕਸਪਲੇਨ ਕਰਾਂ। ਜਾਂਦਾ ਫਿਰ ਇੱਥੇ ਥੱਲੇ ਕੱਪੜਾ ਉਹਨਾਂ ਨੂੰ ਬੈੱਡ ਤੇ ਪਾਈਦਾ ਸੀ, ਇੱਥੇ ਥੱਲਾ ਕੱਪੜਾ ਵਿਛਾ ਕੇ ਪੈਂਦੇ। ਉੱਤੇ ਵੀ ਨਹੀਂ 3 ਮੰਜੀਆਂ ਪੂਰੀਆਂ ਆ ਸਕਦੀਆਂ ਹੈਗੀਆਂ। ਆਹ ਪੌੜੀ ਕੱਢੀ ਹੋਈ ਹੈ, ਉਹਨਾਂ ਨੇ ਖੁਦ ਕਿਹਾ ਪੌੜੀ ਆਪਣੀ ਅੰਦਰ ਕਰ ਤੂੰ। ਮੇਰੀਆਂ ਤਾਂ ਬੇਟੀਆਂ ਸੀ, ਮੈਂ ਤਾਂ ਇਹਨਾਂ ਨੂੰ ਕਿਹਾ ਸੀ ਮੈਂ ਆਪਣੇ ਬੱਚੇ ਦੇ ਸਿਰ ਤੇ, ਬੱਚਿਆਂ ਦੇ ਸਿਰ ਤੇ ਸਾਰੀ ਜ਼ਿੰਦਗੀ ਗੁਜ਼ਾਰਨੀ ਆ। ਕਿਸੇ ਗਲੀ ਵਾਲੇ ਕੋ ਪੁੱਛ ਕੇ ਦੇਖ ਲਓ ਬਾਜੀ ਦੀ ਕੋਈ ਐਸੀ ਗੱਲ। ਭਾਜੀ ਤੁਹਾਨੂੰ ਕਿਸੇ ਰਿਸ਼ਤੇਦਾਰ ਨੇ, ਕਿਸੇ ਫੈਮਿਲੀ ਮੈਂਬਰ ਨੇ, ਕਿਸੇ ਮਹੱਲੇ ਵਾਲੇ ਨੇ, ਕਿਸੇ ਨੇ ਆ ਕੇ ਕਦੀ ਸਹਾਰਾ ਨਹੀਂ ਦਿੱਤਾ, ਸਪੋਰਟ ਦਿੱਤੀ ਕਿ ਕੋਈ ਸਿਆਣੀ ਬਿਮਾਰ ਹੁੰਦੇ ਸੀ ਐਂਬੂਲੈਂਸ ਨੂੰ ਫੋਨ ਕਰ ਦੀਦਾ ਸੀ। ਇਹੋ ਜਿਹੇ ਹਾਲਤ ਤੋਂ ਗੁਜ਼ਰੇ ਜੇ ਤੁਸੀਂ ਖੁਦ ਦੇਖਦੇ ਤੁਹਾਡੀਆਂ ਅੱਖਾਂ 'ਚ ਪਾਣੀ ਆ ਜਾਣਾ ਸੀ। ਸੋਲੀ ਸੀ ਮੈਂ ਕਿਹਾ ਸੀ ਸਾਡੇ ਕੋਲ ਕਿਹੜਾ ਇੰਨੇ ਪੈਸੇ ਨੇ, ਮੈਂ ਕਵਰ ਵੀ ਉੱਥੇ ਸਾਫ਼ ਕਰਕੇ ਆਈ। ਫਿਰ ਅਚਾਨਕ ਰਾਤ ਨੂੰ ਰੋਂਦੀ ਰੋਂਦੀ ਸੌਂ ਗਈ। ਸੁਬਾਹ ਨੂੰ ਇੱਥੇ ਸਕੂਲ ਤੇ ਉੱਥੇ ਟੀਚਰ ਸੀ, ਉਹ ਆਈ, ਉਹਨੇ ਫਿਰ ਕਿਹਾ ਸੀ ਆਪਰੇਸ਼ਨ ਕਰਾਉਂਦੇ। ਕੀ ਸਾਫ਼ ਕਰਕੇ ਆਏ ਬਾਜੀ ਤੁਸੀਂ? ਕਵਰਾਂ ਸਾਫ਼ ਕਰਕੇ ਮੈਂ ਕਿ ਸਾਡੇ ਕੋਲ ਕਿਹੜਾ ਇੰਨੇ ਪੈਸੇ ਹੋਣੇ ਆ ਜਿਹੜਾ ਸਾਡਾ ਆਪਰੇਸ਼ਨ ਹੋਣਾ। ਕਬਰਾਂ ਕਿਉਂ ਸਾਫ਼ ਕਰਕੇ ਆਏ? ਮੈਂ ਕਿਹਾ ਮੇਰੀ ਉਹ ਕਹਿੰਦੇ ਡਾਕਟਰ ਕਹਿੰਦੇ ਸੀ 24 ਘੰਟੇ ਤੋਂ ਪਹਿਲਾਂ ਆਪਰੇਸ਼ਨ ਹੋ ਗਿਆ ਵੀ ਜਿੰਦਾ ਬਚ ਜਾਊਂਗੀ, ਜੇ ਅੰਦਰ ਰਸੌਲੀ ਫਟ ਗਈ ਜ਼ਹਿਰ ਸਾਰੇ ਖਿਲਰ ਜਾਣਗੇ। 4.5 ਕਿਲੋ ਦੀ ਰਸੌਲੀ ਸੀ। ਅੱਛਾ। ਫਿਰ ਉਹ ਕਿਸੇ ਨੇ ਆਪਰੇਸ਼ਨ ਕਰਾਇਆ, ਅੱਲਾ ਉਹਨਾਂ ਨੂੰ ਬਹੁਤਾ ਦੇਵੇ ਤੰਦਰੁਸਤੀ। ਕਬਰਸਤਾਨ ਚ ਕੀ ਕਰਨ ਚਲੇ ਗਏ ਸੀ ਤੁਸੀਂ? ਮੈਂ ਕਿਹਾ ਨਾ ਅਸੀਂ ਹੁਣ 24 ਘੰਟੇ ਚ ਇੰਨਾ ਇੰਤਜ਼ਾਮ ਪੈਸੇ ਦਾ ਕਿੱਥੋਂ ਕਰ ਸਕਦੇ ਆ। ਪ੍ਰਾਈਵੇਟ ਆਪਰੇਸ਼ਨ ਸੀ ਬੇਰੀਆਂ ਵਾਲੇ, ਫਿਰ ਉਹ ਕਹਿੰਦੇ ਸਾਨੂੰ ਸਮਝ ਨਹੀਂ ਆਉਂਦੀ ਆ ਹਿੱਸੇ ਚ ਰਸੌਲੀ ਸੀ, ਖੂਨ ਦੀ ਹਰ ਚੀਜ਼ ਦੀ ਜ਼ਰੂਰਤ। ਫਿਰ ਮੈਂ ਕਿਹਾ ਅਸੀਂ 24 ਘੰਟੇ ਤਾਂ ਗੁਜ਼ਰ ਜਾਣੇ, ਅਸੀਂ ਕਿਹੜਾ ਆਪਰੇਸ਼ਨ ਕਰਾ ਸਕਦੇ ਆ। ਫਿਰ ਮੈਂ ਕਬਰ ਸਾਫ਼ ਕਰਕੇ ਆਈ। ਮੈਂ ਮੁੰਡੇ ਵੱਲ ਵੀ ਦੇਖ ਕੇ ਰੋਵਾਂ, ਇਹਨੂੰ ਸਾਂਭੂਗਾ ਕੌਣ। ਫਿਰ ਉਹ ਅੱਲਾ ਨੇ ਐਸਾ ਸਬੱਬ ਲਾਇਆ, ਉਹਨਾਂ ਨੇ ਫਿਰ ਆਪਰੇਸ਼ਨ ਕਰਾਤਾ। ਅੱਲਾ ਨੂੰ ਨਹੀਂ ਕਬਰ ਕਿਉਂ ਸਾਫ਼ ਕਰਕੇ? ਮੈਨੂੰ ਸਵਾਲ ਦੀ ਸਮਝ ਨਹੀਂ। ਡਾਕਟਰ ਕਹਿੰਦੇ ਸੀ ਵੀ 24 ਘੰਟੇ ਤੋਂ ਪਹਿਲਾਂ ਰਸੌਲੀ ਨਿਕਲ ਗਈ ਤੇ ਜਿੰਦਾ ਬਚ ਜਾਊਂਗੀ, ਜੇ ਨਾ ਨਿਕਲੀ ਵੀ ਇਹ ਜ਼ਹਿਰ ਅੰਦਰ ਖਿਲਰ ਜਾਣੀ ਹੈ। ਬਹੁਤ ਬੜੀ ਹੋ ਗਈ, 4.5 ਕਿਲੋ ਦੀ ਸੀ। ਫਿਰ ਉਹਨਾਂ ਨੇ ਕਿਸੇ ਨੇ ਆਪਰੇਸ਼ਨ ਕਰਾਇਆ, 24 ਘੰਟੇ ਤੋਂ ਪਹਿਲਾਂ ਹੀ ਉਹਨਾਂ ਨੇ ਆਪਰੇਸ਼ਨ ਕਰਾਤਾ ਸੀ। ਯਾਨੀ ਤੁਸੀਂ ਆਪਣੇ ਆਪ ਨੂੰ ਤਸਲੀਮ ਕਰ ਲਿਆ ਸੀ ਕਿ ਮੈਂ ਮਰ ਗਈ? ਹਾਂਜੀ। ਤੁਸੀਂ ਇਸ ਲਈ ਕਬਰਸਤਾਨ ਚ ਬਾਰ-ਬਾਰ ਜਾ ਰਹੇ ਸੀ? ਕਬਰਸਤਾਨ ਚ ਗਏ, ਉੱਥੇ ਸਾਫ਼ ਕਰਕੇ ਆਏ ਵੀ ਅਸੀਂ ਇੰਨੇ ਪੈਸੇ ਕਿੱਥੋਂ ਅਫੋਰਡ ਕਰ ਸਕਦੇ ਹਾਂ। ਉਹਨਾਂ ਨੇ 5 ਲੱਖ ਇਦਾਂ ਨਾ ਉੱਥੇ ਉਹਨੂੰ ਦੇ ਕੇ ਪ੍ਰਾਈਵੇਟ ਆਪਰੇਸ਼ਨ ਕਰਾਇਆ। ਕਿਸੇ ਨੇ ਆਪਣੇ ਨੇ ਪੁੱਛਿਆ ਨਹੀਂ। ਮੈਂ ਇਹਨਾਂ ਨੂੰ ਆਪਣੇ ਨੂੰ ਕੀ ਕਰਨਾ। ਕੋਈ ਨਹੀਂ ਬਾਜੀ, ਵਕਤ ਬਦਲ ਜਾਂਦਾ ਹੁੰਦਾ ਹੈ, ਵਕਤ ਇੱਕ ਜਿਹਾ ਨਹੀਂ ਰਹਿੰਦਾ ਹੁੰਦਾ। ਹਾਂਜੀ ਬਾਜੀ। ਅੱਲਾ ਬੜਾ ਕਾਦਰ ਮੁਤਲਕ ਆ, ਬੜਾ ਬੇਨਿਆਜ਼ ਆ। ਹਾਂਜੀ। ਉਹ ਬੜੀ ਰਹਿਮਤ ਕਰਨੇ ਵਾਲਾ ਆ। ਤੇ ਬਾਕੀ ਵੀਰਿਆਂ ਮੇਰਿਆਂ ਨੇ ਵੀਡੀਓ ਸ਼ੇਅਰ ਕਰ ਦੇਣੀ ਆ, ਚੈਨਲ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਦੇਣਾ। ਅਸੀਂ ਆਪਣੀਆਂ ਇਸ ਤਰ੍ਹਾਂ ਦੀਆਂ ਭੈਣਾਂ ਭਰਾਵਾਂ ਦੇ ਨਾਲ ਖੜੇ ਹੋਣਾ, ਔਰ ਖ਼ਾਸ ਕਰ ਇਸ ਆਪਣੀ ਭੈਣ ਦੇ ਨਾਲ ਤੁਸੀਂ ਸਾਰਿਆਂ ਨੇ ਖੜੇ ਹੋਣਾ ਤਾਂ ਕਿ ਅਸੀਂ ਇਹਨਾਂ ਦਾ ਸਹਾਰਾ ਬਣ ਸਕੀਏ। ਅਸੀਂ ਇਹਨਾਂ ਨੂੰ ਕਾਰੋਬਾਰ ਨਹੀਂ ਕਰਵਾ ਕੇ ਦੇ ਸਕਦੇ, ਨਹੀਂ ਸਿਚੁਏਸ਼ਨ ਇਸ ਤਰ੍ਹਾਂ ਦੀ ਕਿ ਇਹਨਾਂ ਨੂੰ ਕਾਰੋਬਾਰ ਕਰਾਈਏ, ਲੇਕਿਨ ਇਹਨਾਂ ਨੂੰ ਮੰਥਲੀ ਸਪੋਰਟ ਵੀ ਕਰਨਾ ਪੈਣਾ। ਇਹ ਛੋਟਾ ਜਿਹਾ ਮਾਸੂਮ ਬੱਚਾ, ਇਹਦਾ ਇਲਾਜ ਮੁਆਵਜ਼ਾ ਵੀ ਕਰਵਾਉਣਾ ਪੈਣਾ। ਤੇ ਬਾਕੀ ਮੇਰੀ ਭੈਣ ਮੈਂ ਇਜਾਜ਼ਤ ਚਾਹੁੰਦਾ ਹਾਂ, ਠੀਕ ਹੈ? ਭਲਾ ਕਰੇ ਤੁਹਾਡਾ, ਅੱਲਾ ਤੁਹਾਨੂੰ ਬਹੁਤਾ ਦੇਵੇ ਤੰਦਰੁਸਤੀ ਦਾ। ਸਾਡੇ ਮੇਰੇ ਸਿਰ ਤੇ ਪਿਆਰ ਦੇ ਦੇਣਾ ਤੁਸੀਂ, ਵੱਡੀ ਭੈਣ ਆ ਮੇਰੀ, ਠੀਕ ਹੈ? ਅੱਲਾ ਤੈਨੂੰ ਹੋਰ ਤਰੱਕੀ ਦੇ। हाँ चलो मिलो, फूफो से मिलो, ठीक है? आओ मेरा बेटा। ਤੁਹਾਨੂੰ ਨੇਕ ਬਣਾਵੇ, ਮਾਂ-ਬਾਪ ਦੇ ਫਰਮਾਂ ਬਰਦਾਰ ਬਿਠਾਵੇ। अभी जे माइक उतार देना मेरी भैन ना। ਹਾਂਜੀ। अब माइक उतार ਆ देना। ਲਓ ਵੀਰੇ, ਲਾ ਲਓ। ਤੂੰ ਮੇਰੇ ਭਾਈਆਂ ਤਰ੍ਹਾਂ ਲਾ ਚੱਲ। नहीं नहीं तुसी खुद ही उतार देना अभी। ਮੈਨੂੰ ਨਹੀਂ ਪਤਾ जी जी। ਭਾਜੀ ਜੋ ਕਹਾਣੀ ਦੇਖਦਾ ਨਾ ਖੁਦ ਤੇਰੀਆਂ ਅੱਖਾਂ 'ਚ ਪਾਣੀ ਆ ਜਾਂਦਾ ਸੀ। ਇਹ ਹਾਲਤ ਸੀ ਮੇਰੀ, ਬਹੁਤ ਭੈੜੀ ਸੀ। ਮੈਂ ਗੋਡਿਆਂ ਭਾਰ ਰੋੜਦੀ ਹੁੰਦੀ ਸੀ। ਹੁਣ ਇਲਾਜ ਸ਼ੁਰੂ ਕਿਸੇ ਨੇ ਫਿਰ ਲੈ ਕੇ ਗਏ। ਏਦਾਂ ਸੀ ਮੂੰਹ ਉਲਛਾਲੀਆਂ ਆਉਂਦੀਆਂ ਸੀ। ਫਿਰ ਉਹਨਾਂ ਨੇ ਜਿਹਨਾਂ ਨੇ ਆਪਰੇਸ਼ਨ ਕਰਾਇਆ, ਉਹਨਾਂ ਨੇ ਫਿਰ ਉੱਥੇ ਕਨਾਲ ਰੋਡ ਤੇ ਡਾਕਟਰ ਸੀ, ਉੱਥੇ ਲੈ ਕੇ ਗਏ। ਉਹਨਾਂ ਨੇ ਫਿਰ ਇਲਾਜ ਸ਼ੁਰੂ ਕਰਾਇਆ। चलो बाजी अल्लाह मेरा बेहतर करूगा। ਅਸੀਂ ਆਪਣੇ ਯਾਰ ਨੂੰ ਮਿਲ ਲਈਏ, ਠੀਕ ਹੈ? ਹਾਂ ਸਿਰ ਲਾ